ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +1 ਕਲਾਸ ਇੰਗਲਿਸ਼ ਇਲੈਕਟਿਵ ਦੀ 5ਵੀਂ ਪੋਇਮ ਅਬੂ ਬੈਨ ਐਦਮ, ਜਿਸ ਨੂੰ ਕਿ ਲੇ ਹੰਟ ਨੇ ਲਿਖਿਆ ਹੋਇਆ ਹੈ, ਇਸ ਪੋਇਮ ਦੀ ਕੰਪਰੀਹੈਂਸਿਵ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਕਵਰ ਕਰਾਂਗੇ। ਸਟੂਡੈਂਟਸ, ਇਸ ਪੋਇਮ ਦੀ ਸੀਰੀਜ਼ ਦੀ ਇਹ ਸਾਡੀ ਪਹਿਲੀ ਵੀਡੀਓ ਹੋਏਗੀ। ਬੱਚਿਓ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ +1 ਕਲਾਸ ਇੰਗਲਿਸ਼ ਇਲੈਕਟਿਵ ਦੀਆਂ ਪਹਿਲੀਆਂ 4 ਪੋਇਮਸ ਦ ਵੇ ਆਫ ਪੋਇਟਰੀ, ਗੋਇੰਗ ਡਾਊਨਹਿਲ ਔਨ ਅ ਬਾਈਸਿਕਲ, ਮਾਈ ਨੇਟਿਵ ਲੈਂਡ ਅਤੇ ਦ ਸਨੇਕ, ਇਹਨਾਂ ਸਾਰੀਆਂ ਪੋਇਮਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਅਤੇ ਫਿਰ ਉਹਨਾਂ ਦੇ ਸੈਂਟਰਲ ਆਈਡੀਆ ਅਤੇ ਨਾਲ ਹੀ ਕੰਟੈਕਸਟ ਵਿਦ ਐਕਸਪਲੇਨੇਸ਼ਨ ਦੇ ਸਾਰੇ ਵੀਡੀਓਜ਼ ਬਣਾ ਕੇ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਕਿ ਤੁਸੀਂ ਇਹ ਸਾਰੀਆਂ ਪੋਇਮਸ ਦੇ ਸਾਰੇ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟਾਪ ਤੇ ਤੁਹਾਨੂੰ ਇਹਨਾਂ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜਿਹੜੇ ਤੁਹਾਡੇ ਮਿਸ ਹੋਏ। ਸਟੂਡੈਂਟਸ, ਪੋਇਮ ਸਟਾਰਟ ਕਰਨ ਤੋਂ ਪਹਿਲਾਂ ਪੋਇਟ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਪੂਰਾ ਨਾਮ ਹੈ ਜੀ ਇਹਨਾਂ ਦਾ ਜੇਮਸ ਹੈਨਰੀ ਲੇ ਹੰਟ। ਇਹਨਾਂ ਦਾ ਲਾਈਫ ਪੀਰੀਅਡ 1789 ਤੋਂ 1859 ਤੱਕ ਰਿਹਾ ਹੈ। ਹੀ ਵਾਜ਼ ਅ ਫੇਮਸ ਇੰਗਲਿਸ਼ ਪੋਇਟ, ਜਰਨਲਿਸਟ ਐਂਡ ਕ੍ਰਿਟਿਕ। ਤਾਂ ਬਹੁਤ ਹੀ ਪ੍ਰਸਿੱਧ ਅੰਗਰੇਜ਼ੀ ਦੇ ਪੋਇਟ ਰਹੇ ਨੇ, ਕਵੀ ਰਹੇ ਨੇ, ਜਰਨਲਿਸਟ ਰਹੇ ਨੇ, ਮਤਲਬ ਕਿ ਇਹਨਾਂ ਨੇ ਮੈਗਜ਼ੀਨਸ ਦੇ ਵਿੱਚ, ਨਿਊਜ਼ਪੇਪਰ ਦੇ ਵਿੱਚ ਵੀ ਆਪਣੇ ਆਰਟੀਕਲਸ ਲਿਖੇ ਨੇ, ਅਤੇ ਕ੍ਰਿਟਿਕ ਵੀ ਰਹੇ ਨੇ, ਆਲੋਚਕ ਵੀ ਰਹੇ ਨੇ। ਹੀ ਵਾਜ਼ ਅ ਕਲੋਜ਼ ਫਰੈਂਡ ਆਫ ਆਲ ਦਾ ਗ੍ਰੇਟ ਪੋਇਟਸ ਆਫ ਹਿਜ਼ ਏਜ, ਵਰਡਸਵਰਥ, ਕੋਲਰਿਜ, ਬਾਇਰਨ, ਸ਼ੈਲੇ ਐਂਡ ਕੀਟਸ। ਤਾਂ ਉਹ ਬਹੁਤ ਹੀ ਮਹਾਨ ਕਵੀਆਂ ਦੇ ਜਿਹੜੇ ਕਿ ਇਹਨਾਂ ਦੇ ਸਮਕਾਲੀ ਸੀ। ਆਫ ਹਿਜ਼ ਏਜ ਦਾ ਮਤਲਬ ਜੋ ਇਹਨਾਂ ਦੇ ਸਮੇਂ 'ਤੇ ਮੌਜੂਦ ਸੀ, ਉਹਨਾਂ ਦੇ ਇਹ ਬਹੁਤ ਅੱਛੇ ਫਰੈਂਡ ਰਹੇ ਨੇ, ਕਲੋਜ਼ ਫਰੈਂਡ ਰਹੇ ਨੇ। ਉਹ ਮਹਾਨ ਕਵੀ ਕਿਹੜੇ ਸੀ ਜੀ, ਗ੍ਰੇਟ ਪੋਇਟਸ ਕਿਹੜੇ ਸੀ? ਵਿਲੀਅਮ ਵਰਡਸਵਰਥ। ਤਾਂ ਬੱਚਿਓ, ਯਾਦ ਹੋਣਾ ਤੁਹਾਡੇ ਸਿਲੇਬਸ ਦੀ ਪਹਿਲੀ ਹੀ ਪੋਇਮ ਜਨਰਲ ਇੰਗਲਿਸ਼ ਦੀ ਲਾਈਨਸ ਰਿਟਨ ਇਨ ਅਰਲੀ ਸਪ੍ਰਿੰਗ ਵਿਲੀਅਮ ਵਰਡਸਵਰਥ ਨੇ ਲਿਖੀ ਹੈ, ਉਹਨਾਂ ਦੇ ਇਹ ਫਰੈਂਡ ਰਹੇ ਨੇ। ਸੈਮੂਅਲ ਟੇਲਰ ਕੋਲਰਿਜ ਦੇ ਫਰੈਂਡ ਰਹੇ ਨੇ ਜੀ। ਲਾਰਡ ਬਾਇਰਨ ਦੇ ਫਰੈਂਡ ਰਹੇ ਨੇ, ਤੇ ਸ਼ੈਲੇ ਦੇ ਫਰੈਂਡ ਰਹੇ ਨੇ, ਤੇ ਕੀਟਸ ਦੇ ਫਰੈਂਡ ਰਹੇ ਨੇ। ਤੇ ਬੱਚਿਓ, ਜੌਨ ਕੀਟਸ ਦੀ ਲਿਖੀ ਹੋਈ ਇੱਕ ਬਹੁਤ ਹੀ ਖੂਬਸੂਰਤ ਪੋਇਮ ਅ ਥਿੰਗ ਆਫ ਬਿਊਟੀ ਇਜ਼ ਅ ਜੋਏ ਫੋਰ ਐਵਰ ਤੁਹਾਡੇ ਜਨਰਲ ਇੰਗਲਿਸ਼ ਕਲਾਸ +1 ਦੇ ਸਿਲੇਬਸ 'ਚ ਸ਼ਾਮਿਲ ਹੈ। ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਦੋਸਤੀ ਕਿੰਨੇ ਮਹਾਨ ਵਿਅਕਤੀਆਂ ਦੇ ਨਾਲ ਸੀ। ਹੀ ਯੂਜ਼ਲੀ ਰੋਟ ਸਟੋਰੀਜ਼ ਇਨ ਵਰਸ ਐਂਡ ਸਮ ਲਿਰਿਕਸ, ਮਤਲਬ ਕਿ ਕਵਿਤਾ ਦੇ ਰੂਪ 'ਚ ਉਹਨਾਂ ਨੇ ਕਹਾਣੀਆਂ ਲਿਖੀਆਂ ਅਤੇ ਕੁਝ ਉਹਨਾਂ ਨੇ ਲਿਰਿਕਸ ਵੀ ਲਿਖੀਆਂ, ਕੁਝ ਗਾਉਣ ਵਾਲੀਆਂ ਕਵਿਤਾਵਾਂ ਵੀ ਲਿਖੀਆਂ। ਬੱਚਿਓ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੀ ਆਪਾਂ ਅੱਜ ਪੋਇਮ ਪੜ੍ਹਨ ਜਾ ਰਹੇ ਹਾਂ ਅਬੂ ਬੈਨ ਐਦਮ, ਇਹ ਵੀ ਇੱਕ ਤਰ੍ਹਾਂ ਦੀ ਸਟੋਰੀ ਹੈ, ਇਨ ਵਰਸ ਦੇ ਵਿੱਚ ਹੈ। The poet says that to love and serve one's fellow man is a nobler act than to worship God. ਇਸ ਪੋਇਮ ਦੇ ਵਿੱਚ ਕਵੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਸੀਂ ਆਪਣੇ ਨਾਲ ਦੇ ਮਨੁੱਖਾਂ ਨੂੰ ਪਿਆਰ ਕਰੀਏ, ਉਹ ਜ਼ਿਆਦਾ ਵਧੀਆ ਕੰਮ ਹੈ, ਨੋਬਲਰ ਐਕਟ ਹੈ, ਤਾਂ ਉਹ ਪਰਮਾਤਮਾ ਨੂੰ ਵਰਸ਼ਿਪ ਕਰਨ ਨਾਲੋਂ ਜ਼ਿਆਦਾ ਵਧੀਆ ਕੰਮ ਹੈ। ਮਤਲਬ ਕਿ ਕਵੀ ਨੇ ਇਸ ਕਵਿਤਾ ਵਿੱਚ ਇਹ ਸੁਨੇਹਾ ਦਿੱਤਾ ਹੈ ਕਿ ਪਰਮਾਤਮਾ ਦੀ ਪੂਜਾ ਕਰਨ ਨਾਲੋਂ ਜ਼ਿਆਦਾ ਚੰਗਾ ਹੈ ਕਿ ਅਸੀਂ ਪਰਮਾਤਮਾ ਦੇ ਬਣਾਏ ਹੋਏ ਇਨਸਾਨਾਂ ਨਾਲ ਪਿਆਰ ਕਰੀਏ ਅਤੇ ਉਹਨਾਂ ਦੀ ਸੇਵਾ ਕਰੀਏ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟਸ, ਲੇ ਹੰਟ ਦੀ ਪੋਇਮ ਜੋ ਸਾਡੇ ਸਿਲੇਬਸ 'ਚ ਹੈ ਉਸ ਦਾ ਨਾਮ ਹੈ ਅਬੂ ਬੈਨ ਐਦਮ। ਅਬੂ ਬੈਨ ਐਦਮ ਕੌਣ ਨੇ ਜੀ? ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਥੋੜ੍ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਅਬੂ ਬੈਨ ਐਦਮ ਦਾ ਅਸਲੀ ਨਾਮ ਸੀ ਇਬਰਾਹਿਮ ਬਲਖੀ।
ਤੇ ਸੂਫੀ ਸੰਤ ਸੀਗੇ ਜੀ ਇਹ। ਤੇ ਬੱਚਿਓ ਤੁਹਾਨੂੰ ਪਤਾ ਹੋਣਾ ਅਫਗਾਨਿਸਤਾਨ ਦੇ ਵਿੱਚ ਏਰੀਆ ਹੈ ਬਲਖ ਬੁਖਾਰਾ, ਤਾਂ ਉੱਥੋਂ ਦੇ ਸੀ ਜੀ ਇਹ, ਤਾਂ ਹੀ ਇਹਨਾਂ ਦਾ ਨਾਮ ਬਲਖੀ ਪਿਆ ਬਲਖ ਤੋਂ। ਤੇ ਉੱਥੇ ਦੇ ਰਾਜੇ ਸੀ ਜੀ ਇਹ। ਬਲਖ ਨਾਂ ਦੇ ਏਰੀਆ ਜੋ ਅਫਗਾਨਿਸਤਾਨ 'ਚ ਹੈ ਉੱਥੇ ਦੇ ਰਾਜੇ ਸੀ, ਬਹੁਤ ਹੀ ਅਮੀਰ ਰਾਜੇ ਸੀ, ਪਰ ਇਹਨਾਂ ਨੇ ਮਾਨਵਤਾ ਦੀ ਸੇਵਾ ਦੇ ਲਈ ਆਪਣਾ ਰਾਜ ਤਿਆਗਤਾ ਅਤੇ ਇਹ ਸੰਤ ਬਣ ਗਏ। ਤੇ ਜਦੋਂ ਇਹ ਸੰਤ ਬਣੇ ਤਾਂ ਇਹਨਾਂ ਦਾ ਨਾਮ ਰੱਖਿਆ ਗਿਆ ਜੀ ਇਬਰਾਹਿਮ ਬਿਨ ਐਧਮ ਜਾਂ ਅਬੂ ਬਿਨ ਐਧਮ, ਇਹਨਾਂ ਨੂੰ ਸਤਿਕਾਰ ਦੇ ਤੌਰ ਤੇ ਕਿਹਾ ਜਾਂਦਾ ਹੈ। ਬਿਲਕੁਲ ਬੱਚਿਓ ਇਹਨਾਂ ਦੀ ਸਟੋਰੀ ਉਵੇਂ ਹੀ ਹੈ ਜਿਵੇਂ ਸਾਡੇ ਮਹਾਤਮਾ ਗੌਤਮ ਬੁੱਧ ਦੀ ਸਟੋਰੀ ਹੈ। ਉਹਨਾਂ ਨੇ ਵੀ ਆਪਣਾ ਰਾਜ ਤਿਆਗਿਆ, ਰਾਜੇ ਸੀਗੇ, ਰਾਜ ਤਿਆਗਿਆ ਅਤੇ ਮਾਨਵਤਾ ਦੀ ਸੇਵਾ ਲਈ ਉਹ ਸੰਤ ਬਣੇ। ਤਾਂ ਬਿਲਕੁਲ ਇੱਦਾਂ ਦੀ ਸਟੋਰੀ ਅਬੂ ਬਿਨ ਐਧਮ ਦੀ ਵੀ ਹੈ। ਸਟੂਡੈਂਟਸ, ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪੋਇਮ ਦੀ ਸਟਰਕਚਰ ਵੱਲ ਧਿਆਨ ਦਿੰਦੇ ਹਾਂ। ਬਹੁਤ ਹੀ ਸ਼ਾਰਟ ਪੋਇਮ ਹੈ ਜੀ, ਇਟਸ ਅ ਸ਼ਾਰਟ ਪੋਇਮ, ਛੋਟੀ ਪੋਇਮ ਹੈ। ਜੇ ਅਸੀਂ ਦੇਖੀਏ ਤਾਂ ਟੋਟਲ ਇਸ ਦੀਆਂ ਬੱਚਿਓ 18 ਲਾਈਨਸ ਹੈ। ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਇਹ 15ਵੀਂ ਲਾਈਨ ਹੈ, ਫਿਰ 16, 17 ਤੇ 18, ਤਾਂ ਟੋਟਲ 18 ਲਾਈਨਸ ਦੀ ਪੋਇਮ ਹੈ ਇਹ। ਬਟ ਇਸ ਪੋਇਮ ਦੇ ਵਿੱਚ ਬੱਚਿਓ 2 ਸਟੈਂਜ਼ਾਸ ਨੇ। ਹਾਲਾਂਕਿ ਤੁਸੀਂ ਦੇਖੋਗੇ ਸ਼ਾਇਦ ਪੋਇਮ ਨੂੰ ਦੇਖ ਕੇ ਤੁਹਾਨੂੰ ਨਾ ਲੱਗੇ ਕਿ ਇਹ ਸਟੈਂਜ਼ੇ 'ਚ ਨਹੀਂ ਲਿਖੀ ਹੋਈ, ਲੇਕਿਨ ਨਹੀਂ, ਪਹਿਲੀਆਂ 14 ਲਾਈਨਸ ਬੱਚਿਓ ਇੱਕ ਪਾਰਟ ਕਵਰ ਕਰਦੀਆਂ ਨੇ ਇਸ ਪੋਇਮ ਦਾ। ਤਾਂ ਇਹ ਬੱਚਿਓ ਜਿਹੜਾ ਮੈਂ ਹਾਈਲਾਈਟ ਕੀਤਾ ਹੈ, ਇਹ ਇੱਕ ਪਾਰਟ ਹੈ। ਐਕਚੁਅਲੀ ਪੋਇਮ ਬੱਚਿਓ 2 ਪਾਰਟਸ 'ਚ ਹੈ। ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਪੋਇਮ 2 ਪਾਰਟਸ 'ਚ ਹੈ, ਤੇ ਜਿਹੜਾ ਫਸਟ ਪਾਰਟ ਹੈ ਉਹ 14 ਲਾਈਨਸ ਦਾ ਹੈ। ਤੇ ਇਸੇ ਤਰ੍ਹਾਂ ਬੱਚਿਓ ਜਿਹੜੀਆਂ ਲਾਸਟ ਵਾਲੀਆਂ 4 ਲਾਈਨਸ ਨੇ, ਇਹ ਵਾਲੀਆਂ ਲਾਈਨਸ, ਇਹ ਸੈਕਿੰਡ ਪਾਰਟ ਬਣਾਉਂਦੀਆਂ ਨੇ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਦੇ ਸੈਕਿੰਡ ਪਾਰਟ ਦੇ ਵਿੱਚ 4 ਲਾਈਨਸ ਹੈ। ਤਾਂ ਇਸ ਤਰ੍ਹਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਸਟੈਂਜ਼ਾ ਇਹਦਾ 14 ਲਾਈਨਸ ਦਾ ਹੈ ਤੇ ਦੂਸਰਾ ਸਟੈਂਜ਼ਾ ਇਸਦਾ 4 ਲਾਈਨਸ ਦਾ ਹੈ। ਤਾਂ ਸਟੂਡੈਂਟਸ, ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਪੋਇਮ ਇੱਕ ਤਰ੍ਹਾਂ ਦੀ ਫੇਬਲ ਹੈ ਜਾਂ ਅਸੀਂ ਇਸ ਨੂੰ ਪੈਰਾਬਲ ਵੀ ਕਹਿ ਸਕਦੇ ਹਾਂ। ਨਾ, ਪੈਰਾਬਲ ਤੇ ਫੇਬਲ ਕੀ ਹੁੰਦੀ ਹੈ? ਇੱਕ ਸ਼ਾਰਟ ਸਟੋਰੀ ਜੋ ਕਿ ਸਾਨੂੰ ਕੋਈ ਮੋਰਲ ਮੈਸੇਜ ਦੇਵੇ, ਕੋਈ ਨੈਤਿਕ ਸੁਨੇਹਾ ਦੇਵੇ ਸਾਨੂੰ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ, ਪੋਇਟ ਦੀ ਜਾਣਕਾਰੀ ਦੇਣ ਲੱਗੇ ਕਿ ਇਹ ਪੋਇਮ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਅਸੀਂ ਆਪਣੇ ਨਾਲ ਦੇ ਇਨਸਾਨਾਂ ਨੂੰ ਪਿਆਰ ਕਰੀਏ ਅਤੇ ਉਹਨਾਂ ਦੀ ਸੇਵਾ ਕਰੀਏ। ਇਹ ਮੈਸੇਜ ਸਟੋਰੀ ਜੋ ਕਿ ਵਰਸ 'ਚ ਲਿਖੀ ਗਈ ਹੈ, ਜੋ ਕਿ ਪੋਇਮ ਦੀ ਸ਼ੇਪ 'ਚ ਲਿਖੀ ਗਈ ਹੈ, ਇਹ ਮੈਸੇਜ ਸਾਨੂੰ ਇਸ ਤਰ੍ਹਾਂ ਮਿਲਦਾ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਪੋਇਮ ਇੱਕ ਫੇਬਲ ਹੈ ਜਾਂ ਪੈਰਾਬਲ। ਫੇਬਲ ਤੇ ਪੈਰਾਬਲ ਦਾ ਮਤਲਬ ਹੀ ਉਹ ਸ਼ਾਰਟ ਸਟੋਰੀ ਹੁੰਦੀ ਹੈ ਜੋ ਸਾਨੂੰ ਮੋਰਲ ਮੈਸੇਜ ਦਿੰਦੀ ਹੈ। ਤੇ ਸਟੂਡੈਂਟਸ, ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਪੋਇਮ ਹੈ ਨੈਰੇਟਿਵ ਟੈਕਨੀਕ ਦੇ ਨਾਲ ਲਿਖੀ ਗਈ ਹੈ। ਨੈਰੇਟਿਵ ਟੈਕਨੀਕ ਦਾ ਮਤਲਬ ਹੁੰਦਾ ਹੈ ਕਿ ਸਾਨੂੰ ਇਹ ਘਟਨਾ ਡਿਸਕ੍ਰਾਈਬ ਕੀਤੀ ਗਈ ਹੈ 3rd ਪਰਸਨ ਵੱਲੋਂ। ਤਾਂ ਬੱਚਿਓ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਹ ਪੋਇਮ ਰਾਈਮਡ ਵਰਸ ਦੇ ਵਿੱਚ ਲਿਖੀ ਗਈ ਹੈ। ਤਾਂ ਬੱਚਿਓ, ਤਾਂ ਤੁਹਾਨੂੰ ਪਤਾ ਹੋਣਾ ਪਹਿਲਾਂ ਵੀ ਬਹੁਤ ਸਾਰੀਆਂ ਪੋਇਮਸ ਆਈਆਂ ਨੇ ਜੋ ਰਾਈਮਿੰਗ 'ਚ ਲਿਖੀਆਂ ਗਈਆਂ ਨੇ। ਇਸ ਪੋਇਮ ਦੀ ਇੱਕ ਖਾਸ ਲੈਅ ਹੈ। ਤਾਂ ਬੱਚਿਓ, ਆਪਾਂ ਇਸ ਦੀ ਰਾਈਮਿੰਗ ਨੂੰ ਦੇਖਣ ਦੇ ਲਈ ਆਪਾਂ ਇੱਕ ਵਾਰੀ ਪੋਇਮ ਵੱਲ ਦੇਖਦੇ ਹਾਂ। ਤਾਂ ਪੋਇਮ ਦੀ ਪਹਿਲੀ ਲਾਈਨ ਦਾ ਲਾਸਟ ਅੱਖਰ ਹੈ ਜੀ ਇਨਕਰੀਜ਼, ਤੇ ਇਸੇ ਤਰ੍ਹਾਂ ਦੂਸਰੀ ਲਾਈਨ ਦਾ ਲਾਸਟ ਅੱਖਰ ਹੈ ਪੀਸ। ਤਾਂ ਜੇ ਆਪਾਂ ਦੇਖੀਏ ਇਨਕਰੀਜ਼ ਤੇ ਪੀਸ ਦੀ ਸਾਊਂਡ ਆਲਮੋਸਟ ਸੇਮ ਹੈ। ਤਾਂ ਜੇਕਰ ਇਸ ਸਾਊਂਡ ਦਾ ਨਾਮ ਆਪਾਂ ਇਹ ਲਿਖ ਦਈਏ ਤਾਂ ਇਸ ਸਾਊਂਡ ਦਾ ਨਾਮ ਵੀ ਆਪਾਂ ਇਹ ਲਿਖ ਸਕਦੇ ਹਾਂ। ਪਰ ਅਗਲੀਆਂ 2 ਜਿਹੜੀਆਂ ਲਾਈਨਸ ਆਈਆਂ ਨੇ ਉਹਨਾਂ ਦੇ ਲਾਸਟ ਵਰਡ ਦੀ ਜਿਹੜੀ ਸਾਊਂਡ ਹੈ ਉਹ ਆਪਸ ਵਿੱਚ ਸੇਮ ਹੈ, ਲੇਕਿਨ ਪਹਿਲੇ ਵਾਲੇ ਸਾਊਂਡ ਦੇ ਨਾਲ ਉਹ ਡਿਫਰੈਂਟ ਹੈ। ਜਿਵੇਂ ਦੇਖੋ, ਰੂਮ ਤੇ ਬਲੂਮ, ਇਹਨਾਂ ਦੀ ਸਾਊਂਡ ਆਪਸ 'ਚ ਸੇਮ ਹੈ, ਲੇਕਿਨ ਇਹ ਵਾਲੀ ਸਾਊਂਡ ਦੇ ਨਾਲ ਨਹੀਂ ਮਿਲਦੀ ਕਿਉਂਕਿ ਇਹ ਵਾਲੀ ਸਾਊਂਡ ਸੀਗੀ ਇਨਕਰੀਜ਼ ਤੇ ਪੀਸ ਵਾਲੀ। ਤਾਂ ਅਸੀਂ ਅਗਲੀਆਂ ਲਾਈਨਸ ਦੀ ਵੀ ਬੱਚਿਓ ਸਾਊਂਡ ਦੇਖ ਸਕਦੇ ਹਾਂ। ਦੇਖੋ, ਗੋਲਡ, ਬੋਲਡ, ਇਹਨੂੰ ਆਪਾਂ ਸੀ ਕਹਿ ਸਕਦੇ ਹਾਂ ਸਾਊਂਡ ਨੂੰ। ਇਸੇ ਤਰ੍ਹਾਂ ਸੈਡ ਐਂਡ ਹੈਡ, ਇਹਨੂੰ ਆਪਾਂ ਡੀ ਕਹਿ ਸਕਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਇਹ ਸਾਰੀ ਪੋਇਮ ਰਾਈਮਿੰਗ 'ਚ ਲਿਖੀ ਗਈ ਹੈ। ਤਾਂ ਆਪਾਂ ਇਸ ਕਹਿ ਸਕਦੇ ਹਾਂ ਕਿ ਇਸ ਦੀ ਜਿਹੜੀ ਰਾਈਮਿੰਗ ਸਕੀਮ ਬਣਦੀ ਹੈ ਉਹ AABB ਬਣਦੀ ਹੈ ਜੀ। ਇੱਥੇ ਇੱਕ ਗੱਲ ਹੋਰ ਬੱਚਿਓ ਦੇਖਣ ਵਾਲੀ ਹੈ ਕਿ ਕਿਉਂਕਿ 2 ਲਾਈਨਾਂ ਦੀ ਰਾਈਮਿੰਗ ਸਕੀਮ ਜਿਹੜੀਆਂ ਨਾਲੋਂ ਨਾਲ ਲਾਈਨਸ ਆਈਆਂ ਨੇ ਉਹਨਾਂ ਦੀ ਸੇਮ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਰਾਈਮਿੰਗ ਕਪਲੇਟਸ ਦੇ ਵਿੱਚ ਲਿਖੀ ਗਈ ਹੈ ਪੋਇਮ। ਰਾਈਮਿੰਗ ਕਪਲੇਟ ਦਾ ਮਤਲਬ ਹੁੰਦਾ ਹੈ ਕਪਲੇਟਸ ਆਰ 2 ਕੰਸੈਕਟਿਵ ਲਾਈਨਸ ਦੈਟ ਰਾਈਮ, ਮਤਲਬ ਇੱਕ ਅਜਿਹਾ ਜੋੜਾ ਜਿਨ੍ਹਾਂ ਦੀ ਰਾਈਮਿੰਗ ਸੇਮ ਹੋਵੇ ਤਾਂ ਅਸੀਂ ਉਸ ਨੂੰ ਰਾਈਮਿੰਗ ਕਪਲੇਟ ਕਹਿੰਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਕਿਉਂਕਿ ਇਸ ਦੀਆਂ ਟੋਟਲ ਬੱਚਿਓ 18 ਲਾਈਨਸ ਹੈ ਇਸ ਪੋਇਮ ਦੀਆਂ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਦੇ 9 ਰਾਈਮਿੰਗ ਕਪਲੇਟਸ ਹੈ। ਤਾਂ ਇਹ ਕੁਝ ਪੋਇਮ ਦੇ ਸਟਰਕਚਰ ਦੀਆਂ ਗੱਲਾਂ ਸੀ ਬੱਚਿਓ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆ ਗਈਆਂ ਹੋਣਗੀਆਂ। ਤਾਂ ਸਟੂਡੈਂਟਸ, ਪੋਇਮ ਦੀ ਸਟਰਕਚਰ ਦੇਖਣ ਤੋਂ ਬਾਅਦ ਆਪਾਂ ਪੋਇਮ ਦੀ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਸ਼ੁਰੂ ਕਰਦੇ ਹਾਂ। ਜਿਵੇਂ ਬੱਚਿਓ ਤੁਹਾਨੂੰ ਦੱਸਿਆ ਕਿ ਇਸ ਪੋਇਮ ਨੂੰ ਰਾਈਮਿੰਗ ਕਪਲੇਟਸ ਦੇ ਵਿੱਚ ਲਿਖਿਆ ਹੋਇਆ ਹੈ। ਟੋਟਲ 9 ਰਾਈਮਿੰਗ ਕਪਲੇਟਸ ਨੇ, ਤਾਂ ਆਪਾਂ ਇੱਕ ਰਾਈਮਿੰਗ ਕਪਲੇਟ ਨੂੰ ਚੱਕਾਂਗੇ ਤੇ ਆਪਾਂ ਉਸ ਦੀ ਐਕਸਪਲੇਨੇਸ਼ਨ ਕਰਾਂਗੇ। ਤਾਂ ਪਹਿਲਾ ਰਾਈਮਿੰਗ ਕਪਲੇਟ ਹੈ ਜੀ, ਅਬੂ ਬੈਨ ਐਦਮ may his tribe increase awoke one night from a deep dream of peace। ਇਨਕਰੀਜ਼, ਪੀਸ ਦੋਨਾਂ ਦੀ ਸੇਮ ਸਾਊਂਡ ਹੈ ਜੀ, ਪਹਿਲਾਂ ਹੀ ਦੱਸ ਚੁੱਕਿਆ। ਤਾਂ ਇਹ ਰਾਈਮਿੰਗ ਕਪਲੇਟ ਹੈ, ਇਹ ਸਾਡਾ ਪਹਿਲਾ ਰਾਈਮਿੰਗ ਕਪਲੇਟ ਹੋ ਗਿਆ। ਤਾਂ ਹੁਣ ਕੀ ਹੈ ਦੇਖੋ,
ਅਬੂ ਬੈਨ ਐਦਮ ਸਾਡੀ ਪੋਇਮ ਦਾ ਨਾਮ ਹੈ, ਬਿਲਕੁਲ ਸੇਮ ਪਹਿਲੀ ਲਾਈਨ ਦੇ ਵਿੱਚ ਅਬੂ ਬੈਨ ਐਦਮ ਦਾ ਨਾਮ ਆਇਆ ਹੈ। ਪਰ ਇੱਥੇ ਦੇਖਣ ਵਾਲੀ ਗੱਲ ਪਹਿਲੀ ਲਾਈਨ 'ਚ ਇਹ ਹੈ ਬੱਚਿਓ ਕਿ ਇਸ ਦੇ ਨਾਲ ਹੀ ਬ੍ਰੈਕਟਸ ਦੇ ਵਿੱਚ ਤੁਹਾਨੂੰ ਇੱਕ ਫਰੇਜ਼ ਪਾ ਰੱਖਿਆ ਹੈ, ਮੇ ਹਿਸ ਟ੍ਰਾਈਬ ਇਨਕਰੀਜ਼। ਇੱਥੇ ਪੋਇਟ ਅਬੂ ਬੈਨ ਐਦਮ ਨੂੰ ਬਲੈਸਿੰਗਸ ਦੇ ਰਿਹਾ ਹੈ। ਬਲੈਸਿੰਗ ਦਾ ਮਤਲਬ ਕਿ ਉਹ ਉਸ ਦੇ ਲਈ ਸ਼ੁਭ ਇੱਛਾਵਾਂ ਮੰਗ ਰਿਹਾ ਹੈ ਕਿ ਮੇ ਹਿਸ ਟ੍ਰਾਈਬ ਦਾ ਮਤਲਬ ਤਾਂ ਬੱਚਿਓ ਵੈਸੇ ਕੁਨਬਾ ਕਿਹਾ ਜਾਂਦਾ ਹੈ, ਜਿਵੇਂ ਕੋਈ ਪਰਿਵਾਰ ਹੁੰਦਾ ਹੈ ਵੱਡਾ ਸਾਰਾ ਪਰਿਵਾਰ ਤਾਂ ਉਹਨੂੰ ਟ੍ਰਾਈਬ ਕਹਿੰਦੇ ਹੈ। ਪਰ ਇੱਥੇ ਇਹਦਾ ਮਤਲਬ ਇਹ ਹੈ ਕਿ ਅਬੂ ਬੈਨ ਐਦਮ ਵਰਗੇ ਇਨਸਾਨ ਇਸ ਦੁਨੀਆ 'ਚ ਹੋਰ ਆਉਣ, ਮਤਲਬ ਉਹ ਇੰਨਾ ਵਧੀਆ ਇਨਸਾਨ ਹੈ, ਇੱਦਾਂ ਦੇ ਇਨਸਾਨ ਹੋਰ ਸਾਡੀ ਦੁਨੀਆ ਦੇ ਵਿੱਚ ਚਾਹੀਦੇ ਨੇ। ਪਹਿਲੀ ਲਾਈਨ ਦੇ ਵਿੱਚ ਬਲੈਸਿੰਗ ਦਿੱਤੀ ਜਾ ਰਹੀ ਹੈ ਕਵੀ ਵੱਲੋਂ ਅਬੂ ਬੈਨ ਐਦਮ ਨੂੰ। ਅਵੋਕ ਵਨ ਨਾਈਟ ਫਰੋਮ ਅ ਡੀਪ ਡ੍ਰੀਮ ਆਫ ਪੀਸ। ਤਾਂ ਮੈਂ ਤੁਹਾਨੂੰ ਪਹਿਲਾਂ ਬੱਚਿਓ ਦੱਸਿਆ ਨਾ ਕਿ ਇਹ ਜਿਹੜੀ ਪੋਇਮ ਹੈ ਇੱਕ ਸ਼ੋਰਟ ਸਟੋਰੀ ਹੈ, ਲੇਕਿਨ ਪੋਇਮ 'ਚ ਲਿਖੀ ਗਈ ਹੈ ਇਹ। ਤੇ ਹੁਣ ਇੱਕ ਤਰ੍ਹਾਂ ਨਾਲ ਸਟੋਰੀ ਸਾਡੀ ਸ਼ੁਰੂ ਹੁੰਦੀ ਹੈ। ਕਹਿੰਦੇ ਇੱਕ ਨਾਈਟ, ਜਿਵੇਂ ਇੱਕ ਕਹਾਣੀ ਹੁੰਦੀ ਹੈ ਨਾ, ਇੱਕ ਰਾਤ ਦੀ ਗੱਲ ਹੈ, ਤਾਂ ਉਵੇਂ ਹੀ ਹੈ ਕਿ ਇੱਕ ਰਾਤ ਨੂੰ ਅਬੂ ਬੈਨ ਐਦਮ ਜਾਗਦੇ ਨੇ ਫਰੋਮ ਅ ਡੀਪ ਡ੍ਰੀਮ ਆਫ ਪੀਸ, ਬਹੁਤ ਹੀ ਡੂੰਗੀ ਸ਼ਾਂਤ ਨੀਂਦ ਤੋਂ ਜਾਗਦੇ ਨੇ। ਇੱਥੇ ਜਿਹੜੀ ਦੇਖੋ ਬੱਚਿਓ ਵਰਡਸ ਯੂਜ਼ ਕੀਤੇ ਗਏ ਨੇ, ਡੀਪ ਡ੍ਰੀਮ ਆਫ ਪੀਸ, ਇਹਦਾ ਮਤਲਬ ਇਹ ਹੈ ਕਿ ਅਬੂ ਬੈਨ ਐਦਮ ਇੰਨੇ ਮਹਾਨ ਇਨਸਾਨ ਨੇ ਕਿ ਉਹ ਬੜੀ ਹੀ ਸ਼ਾਂਤ ਸੁੱਤੇ ਹੋਏ ਨੇ ਆਪਣੀ ਨੀਂਦ ਦੇ ਵਿੱਚ। ਆਮ ਤੌਰ 'ਤੇ ਜਿਹੜੇ ਇਨਸਾਨ ਦੇਖੋ ਬੱਚਿਓ ਪੈਸੇ ਵੱਲ ਜਾਂ ਹੋਰ ਧਨ ਦੌਲਤ ਵੱਲ ਲੱਗੇ ਹੁੰਦੇ ਨੇ, ਉਹਨਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਉਹ ਸਾਰਾ ਦਿਨ ਉਹਨਾਂ ਨੂੰ ਪੈਸੇ ਧਨ ਦੌਲਤ ਦੀ ਚਿੰਤਾ ਲੱਗੀ ਰਹਿੰਦੀ ਹੈ। ਪਰੰਤੂ ਅਬੂ ਬੈਨ ਐਦਮ ਐਸੇ ਨਹੀਂ ਹਨ, ਉਹਨਾਂ ਨੇ ਤਾਂ ਮਾਨਵਤਾ ਦੀ ਸੇਵਾ ਕਮਾਈ ਹੈ, ਤਾਂ ਉਹ ਤਾਂ ਬੜੇ ਹੀ ਸ਼ਾਂਤ ਚਿੱਤ ਨੇ, ਬਹੁਤ ਹੀ ਵਧੀਆ ਨੀਂਦ 'ਚ ਸੁੱਤੇ ਹੋਏ ਨੇ, ਡੂੰਘੀ ਨੀਂਦ 'ਚ ਸੁੱਤੇ ਹੋਏ ਨੇ। ਲੇਕਿਨ ਇੱਥੇ ਬੱਚਿਓ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਦੂਸਰੀ ਲਾਈਨ ਦੇ ਵਿੱਚ ਡੀਪ ਡ੍ਰੀਮ ਆਫ ਪੀਸ ਦੇ ਵਿੱਚ ਐਲੀਟ੍ਰੇਸ਼ਨ ਆਈ ਹੈ। ਦੇਖੋ ਡੀਪ ਡ੍ਰੀਮ, ਡ ਤੇ ਡ ਦੀ ਆਵਾਜ਼ ਬਾਰ-ਬਾਰ ਆ ਰਹੀ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਦੂਸਰੀ ਲਾਈਨ ਦੇ ਵਿੱਚ ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ। ਐਲੀਟ੍ਰੇਸ਼ਨ ਕੀ ਹੁੰਦੀ ਹੈ ਬੱਚਿਓ? ਜਦੋਂ ਇੱਕੋ ਹੀ ਕੌਨਸੋਨੈਂਟ ਦੀ ਆਵਾਜ਼ ਇੱਕ ਲਾਈਨ ਦੇ ਵਿੱਚ ਵਾਰ-ਵਾਰ ਆਉਂਦੀ ਹੈ, ਅਸੀਂ ਉਸ ਨੂੰ ਐਲੀਟ੍ਰੇਸ਼ਨ ਕਹਿੰਦੇ ਹਾਂ। ਅਤੇ ਮੈਂ ਇਹ ਜਿਹੜੀ ਪੋਇਟਿਕ ਡਿਵਾਈਸ ਹੈ ਬੱਚਿਓ ਆਲਮੋਸਟ ਹਰ ਪੋਇਮ ਦੀ ਜਦੋਂ ਵੀ ਤੁਹਾਨੂੰ ਐਕਸਪਲੇਨੇਸ਼ਨ ਕਰਾਈ ਹੈ ਤਾਂ ਮੈਂ ਤੁਹਾਨੂੰ ਸਮਝਾਈ ਹੈ। ਅਤੇ ਬੱਚਿਓ ਇੱਥੇ ਇੱਕ ਹੋਰ ਪੋਇਟਿਕ ਡਿਵਾਈਸ ਯੂਜ਼ ਹੋਈ ਹੈ ਇਸੇ ਲਾਈਨ ਦੇ ਵਿੱਚ, ਜਿਵੇਂ ਕਿ ਐਲੀਟ੍ਰੇਸ਼ਨ ਦੀ ਆਵਾਜ਼ ਆਈ ਹੈ, ਇੱਥੇ ਐਸੋਨੈਂਸ ਦੀ ਆਵਾਜ਼ ਵੀ ਆ ਰਹੀ ਹੈ। ਦੇਖੋ ਉਹ ਕਿਹੜੀ ਆਵਾਜ਼ ਹੈ, ਦੇਖੋ ਆਪਾਂ ਬੋਲ ਕੇ ਦੇਖਦੇ ਹਾਂ, ਡੀਪ ਡ੍ਰੀਮ ਪੀਸ। ਤਾਂ ਈ ਦੀ ਆਵਾਜ਼ ਡੀਪ 'ਚ ਵੀ ਆਈ ਹੈ, ਡ੍ਰੀਮ ਈ ਦੀ ਆਵਾਜ਼ ਫੇਰ ਆਈ ਹੈ, ਪੀਸ 'ਚ ਵੀ ਈ ਦੀ ਆਵਾਜ਼ ਆਈ ਹੈ। ਤਾਂ ਅਸੀਂ ਇੱਥੇ ਲਿਖ ਦਿੰਦੇ ਹਾਂ ਕਿ ਜਿਹੜੀ ਈ ਦੀ ਆਵਾਜ਼ ਹੈ ਉਹ ਵੀ ਵਾਰ-ਵਾਰ ਆ ਰਹੀ ਹੈ, ਡੀਪ ਡ੍ਰੀਮ ਪੀਸ। ਤਾਂ ਈ ਦੀ ਆਵਾਜ਼ ਵਾਰ-ਵਾਰ ਆ ਰਹੀ ਹੈ ਤਾਂ ਅਸੀਂ ਇਸ ਨੂੰ ਇੰਗਲਿਸ਼ 'ਚ ਕਹਿੰਦੇ ਹਾਂ ਜੀ ਐਸੋਨੈਂਸ। ਐਸੋਨੈਂਸ ਕੀ ਹੁੰਦੀ ਹੈ ਜੀ? ਜਦੋਂ ਇੱਕ ਵਾਊਲ ਦੀ ਆਵਾਜ਼ ਵਾਰ-ਵਾਰ ਇੱਕੋ ਲਾਈਨ 'ਚ ਆਉਂਦੀ ਹੈ ਤਾਂ ਅਸੀਂ ਉਸ ਨੂੰ ਐਸੋਨੈਂਸ ਕਹਿੰਦੇ ਹਾਂ। ਯਾਦ ਕਰੋ ਦ ਸਨੇਕ ਪੋਇਮ, ਐਮਿਲੀ ਡਿਕਿੰਸਨ ਵਾਲੀ ਪੋਇਮ ਦੇ ਵਿੱਚ ਵੀ ਮੈਂ ਤੁਹਾਨੂੰ ਐਸੋਨੈਂਸ ਬਾਰੇ ਦੱਸਿਆ ਸੀ, ਅਤੇ ਇਸ ਪੋਇਮ ਦੇ ਵਿੱਚ ਸ਼ੁਰੂ 'ਚ ਹੀ ਐਸੋਨੈਂਸ ਆ ਗਈ ਹੈ। ਸਟੂਡੈਂਟ ਨੈਕਸਟ ਰਾਈਮਿੰਗ ਕਪਲੇਟ ਦੇ ਵਿੱਚ ਅਸੀਂ ਦੇਖਦੇ ਹਾਂ, ਐਂਡ ਸੌ ਵਿਦਿਨ ਦਾ ਮੂਨ ਲਾਈਟ ਇਨ ਹਿਜ਼ ਰੂਮ ਮੇਕਿੰਗ ਇਟ ਰਿਚ ਲਾਈਕ ਅ ਲਿਲੀ ਇਨ ਬਲੂਮ। ਤਾਂ ਰੂਮ ਤੇ ਬਲੂਮ ਦੀ ਸਾਊਂਡ ਸੇਮ ਹੈ, ਇਟਸ ਅ ਰਾਈਮਿੰਗ ਕਪਲੇਟ। ਅਤੇ ਅਬੂ ਬੈਨ ਐਦਮ ਜਦੋਂ ਜਾਗ ਜਾਂਦੇ ਨੇ ਉਹ ਕੀ ਦੇਖਦੇ ਨੇ ਕਿ ਉਹਨਾਂ ਦਾ ਜਿਹੜਾ ਰੂਮ ਹੈ ਉਸ ਦੇ ਵਿੱਚ ਮੂਨ ਲਾਈਟ ਮਤਲਬ ਚੰਦ ਦੀ ਰੋਸ਼ਨੀ, ਮਤਲਬ ਕਿ ਚਾਨਣੀ ਹੋ ਗਈ, ਉਹ ਉਸ ਰੂਮ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾ ਰਹੀ ਹੈ। ਮੇਕਿੰਗ ਇਟ ਰਿਚ, ਮੇਕਿੰਗ ਇਟ ਰਿਚ ਦਾ ਮਤਲਬ ਕਿ ਉਹ ਚੰਦ ਦੀ ਰੋਸ਼ਨੀ ਉਸ ਰੂਮ ਨੂੰ ਹੋਰ ਵੀ ਵਧੀਆ ਬਣਾ ਰਹੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਲਿਲੀ ਦਾ ਫੁੱਲ ਖਿੜਿਆ ਹੋਵੇ। ਇਨ ਬਲੂਮ ਦਾ ਮਤਲਬ ਪੂਰੀ ਤਰ੍ਹਾਂ ਖਿੜਿਆ ਹੋਵੇ। ਤਾਂ ਲਿਲੀ ਬੱਚਿਓ ਇੱਕ ਫਲਾਵਰ ਹੈ, ਇੱਕ ਫੁੱਲ ਹੈ, ਜਦੋਂ ਪੂਰਾ ਖਿੜਿਆ ਹੁੰਦਾ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ। ਲਾਈਨ ਦੇ ਵਿੱਚ ਬੱਚਿਓ ਕਵੀ ਨੇ ਸਿਮਲੀ ਯੂਜ਼ ਕੀਤੀ ਹੈ। ਦੇਖੋ ਇੱਥੇ ਲਾਈਕ ਆ ਗਿਆ, ਤਾਂ ਲਾਈਕ ਅਸੀਂ ਕਦੋਂ ਯੂਜ਼ ਕਰਦੇ ਹਾਂ? ਜਦੋਂ ਦੋ ਚੀਜ਼ਾਂ ਦੀ ਕੰਪੈਰੀਜ਼ਨ ਕਰਦੇ ਹਾਂ। ਤਾਂ ਇੱਥੇ ਕਵੀ ਨੇ ਰੂਮ ਦੇ ਵਿੱਚ ਜਿਹੜੀ ਮੂਨ ਲਾਈਟ ਆਈ ਹੈ ਉਸ ਨੂੰ ਕੰਪੈਰੀਜ਼ਨ ਕੀਤਾ ਹੈ ਲਿਲੀ ਦੇ ਨਾਲ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਥੇ ਕਵੀ ਨੇ ਸਿਮਲੀ ਯੂਜ਼ ਕੀਤੀ ਹੈ। ਲੇਕਿਨ ਸਿਮਲੀ ਦੇ ਨਾਲ ਨਾਲ ਬੱਚਿਓ ਤੁਸੀਂ ਐਲੀਟ੍ਰੇਸ਼ਨ ਵੀ ਨੋਟ ਕੀਤੀ ਹੋਏਗੀ ਕਿ ਇੱਥੇ ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ। ਫੋਰਥ ਲਾਈਨ ਦੇ ਵਿੱਚ ਲਾਈਕ ਦੀ ਲ, ਲਿਲੀ ਦੀ ਲ, ਦੋ ਵਾਰੀ ਲਿਲੀ 'ਚ ਲ ਆ ਗਈ ਅਤੇ ਬਲੂਮ 'ਚ ਆ ਗਈ, ਤਾਂ ਇਸ ਤਰ੍ਹਾਂ ਲ ਦੀ ਆਵਾਜ਼ ਕਾਫੀ ਵਾਰੀ ਆ ਗਈ ਇੱਕੋ ਲਾਈਨ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ। ਇਸ ਲਾਈਨ ਦੇ ਵਿੱਚ ਸਿੰਬੋਲਿਜ਼ਮ ਵੀ ਯੂਜ਼ ਹੋਇਆ। ਇੱਥੇ ਦੇਖੋ ਜਿਹੜੀ ਲਿਲੀ ਯੂਜ਼ ਹੋਈ ਹੈ ਨਾ, ਇਹ ਅਬੂ ਬੈਨ ਐਦਮ ਦੇ ਲਈ ਵੀ ਯੂਜ਼ ਹੋ ਸਕਦੀ ਹੈ, ਬਿਕੋਜ਼ ਲਿਲੀ ਦਾ ਜਿਹੜਾ ਫਲਾਰ ਹੈ ਨਾ ਉਹ ਮੰਨਿਆ ਜਾਂਦਾ ਹੈ ਸਿੰਬਲ ਆਫ ਡਿਵੋਸ਼ਨ ਐਂਡ ਹਿਊਮਿਲਿਟੀ। ਡਿਵੋਸ਼ਨ ਦਾ ਮਤਲਬ ਜੇ ਬਹੁਤ ਹੀ ਬੰਦਾ ਡਿਵੋਟਿਡ ਹੋਵੇ ਕਿਸੇ ਕੰਮ ਦੇ ਲਈ ਅਤੇ ਉਹ ਬਹੁਤ ਹੀ ਜ਼ਿਆਦਾ ਉਸ 'ਚ ਹਿਊਮਿਲਿਟੀ ਹੋਵੇ, ਬਹੁਤ ਨਿਮਰਤਾ ਹੋਵੇ, ਤਾਂ ਲਿਲੀ ਪੌਦਾ ਮੰਨਿਆ ਜਾਂਦਾ ਹੈ ਕਿ ਨਿਮਰਤਾ ਦਾ ਇੱਕ ਸਿੰਬਲ ਹੈ। ਅਤੇ ਬਿਲਕੁਲ ਇਸੇ ਤਰ੍ਹਾਂ ਅਬੂ ਬੈਨ ਐਦਮ ਵੀ ਨਿਮਰਤਾ ਦੀ ਮੂਰਤ ਨੇ ਜੀ, ਅਤੇ ਉਹ ਇਨਸਾਨਾਂ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਸਿੰਬੋਲਿਜ਼ਮ ਵੀ ਯੂਜ਼ ਕੀਤਾ ਗਿਆ ਹੈ।
ਤੇ ਇਹ ਸਿੰਬਲ ਕਿਸ ਤਰ੍ਹਾਂ ਯੂਜ਼ ਹੋਇਆ ਹੈ? ਲਿਲੀ ਦੇ ਫਲਾਰ ਨਾਲ, ਬਿਕੋਜ਼ ਲਿਲੀ ਇਜ਼ ਅ ਸਿੰਬਲ ਆਫ ਪਿਓਰਿਟੀ ਐਂਡ ਹਿਊਮਿਲਿਟੀ। ਨੈਕਸਟ ਲਾਈਨ 'ਚ ਅਸੀਂ ਦੇਖਦੇ ਹਾਂ ਜੀ, ਐਨ ਐਂਜਲ ਰਾਈਟਿੰਗ ਇਨ ਅ ਬੁੱਕ ਆਫ ਗੋਲਡ ਐਕਸੀਡਿੰਗ ਪੀਸ ਹੈਡ ਮੇਡ ਬੈਨ ਐਦਮ ਬੋਲਡ। ਤਾਂ ਬੱਚਿਓ ਦੇਖੋ ਗੋਲਡ ਤੇ ਬੋਲਡ ਦੀ ਸਾਊਂਡ ਸੇਮ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਤੀਸਰਾ ਰਾਈਮਿੰਗ ਕਪਲੇਟ ਹੈ। ਤੇ ਜਦੋਂ ਉਹ ਰੂਮ ਦੇ ਵਿੱਚ ਜਾਗਦੇ ਨੇ, ਰੂਮ ਦੇ ਵਿੱਚ ਲਾਈਟਸ ਦੇਖਦੇ ਨੇ ਕਿ ਇੱਕ ਫਰਿਸ਼ਤਾ, ਐਂਜਲ ਦਾ ਮਤਲਬ ਫਰਿਸ਼ਤਾ, ਇੱਕ ਬੁੱਕ ਲਿਖ ਰਿਹਾ ਹੈ। ਉਹ ਬੁੱਕ ਕਾਹਦੀ ਹੈ ਜੀ? ਬੁੱਕ ਆਫ ਗੋਲਡ। ਨਾ ਇੱਥੇ ਬੁੱਕ ਆਫ ਗੋਲਡ ਫੇਰ ਬੱਚਿਓ ਸਿੰਬਲ ਯੂਜ਼ ਹੋਇਆ ਹੈ। ਨਾ ਬੁੱਕ ਆਫ ਗੋਲਡ ਦਾ ਮਤਲਬ ਕੀ ਹੁੰਦਾ ਹੈ? ਕਿ ਅਜਿਹੀ ਕਿਤਾਬ ਜਿਸ ਦੇ ਵਿੱਚ ਗੋਲਡ ਹੋਵੇ। ਨਾ ਗੋਲਡ ਦਾ ਮਤਲਬ ਇੱਥੇ ਸੋਨਾ ਨਹੀਂ ਹੈ, ਸੋਨੇ ਦਾ ਮਤਲਬ ਇੱਥੇ ਇਹ ਹੋ ਗਿਆ ਕਿ ਬਹੁਤ ਹੀ ਕੀਮਤੀ ਜਾਣਕਾਰੀ ਹੈ ਉਸ ਬੁੱਕ ਦੇ ਵਿੱਚ, ਇਸੇ ਕਰਕੇ ਉਸ ਨੂੰ ਬੁੱਕ ਆਫ ਗੋਲਡ ਕਿਹਾ ਗਿਆ। ਤੇ ਇੱਕ ਫਰਿਸ਼ਤਾ ਉਹਨਾਂ ਦੇ ਰੂਮ 'ਚ ਬੈਠਾ ਇਹ ਕਿਤਾਬ ਲਿਖ ਰਿਹਾ ਹੈ। ਕਿਉਂਕਿ ਅਬੂ ਬਿਨ ਐਦਮ ਬਹੁਤ ਹੀ ਜ਼ਿਆਦਾ ਸ਼ਾਂਤਚਿਤ ਨੇ। ਐਕਸੀਡਿੰਗ ਪੀਸ, ਐਕਸੀਡਿੰਗ ਦਾ ਮਤਲਬ ਹੁੰਦਾ ਹੈ ਬਹੁਤ ਹੀ ਜ਼ਿਆਦਾ, ਉਹਨਾਂ ਦਾ ਮਨ ਸ਼ਾਂਤ ਹੈ ਕਿਉਂਕਿ ਉਹ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਨੇ ਤੇ ਪੂਰੇ ਉਹ ਜੁੜੇ ਹੋਏ ਨੇ ਇਨਸਾਨਾਂ ਦੇ ਨਾਲ, ਤਾਂ ਇੰਨੇ ਜ਼ਿਆਦਾ ਸ਼ਾਂਤ ਨੇ, ਇਸ ਕਰਕੇ ਉਹ ਬੋਲਡ ਵੀ ਹੋ ਗਏ। ਬੋਲਡ ਦਾ ਮਤਲਬ ਨਿਡਰ ਵੀ ਹੋ ਗਏ। ਤੇ ਉਹਨਾਂ ਨੇ ਨਿਡਰ ਹੋ ਕੇ ਫਿਰ ਉਸ ਫਰਿਸ਼ਤੇ ਤੋਂ ਕੁਝ ਪੁੱਛਿਆ। ਕੀ ਪੁੱਛਿਆ ਇਸ ਦਾ ਪਤਾ ਸਾਨੂੰ ਨੈਕਸਟ ਕਪਲੇਟ ਦੇ ਵਿੱਚ ਲੱਗਦਾ ਹੈ। ਐਂਡ ਟੂ ਦਾ ਪ੍ਰੈਜ਼ੈਂਸ ਇਨ ਦਾ ਰੂਮ ਹੀ ਸੈਡ, ਵਟ ਰਾਈਟਸ ਦੋ ਦਾ ਵਿਜ਼ਨ ਰੇਜ਼ਡ ਇਟਸ ਹੈਡ। ਤਾਂ ਬੱਚਿਓ ਫੋਰਥ ਸਾਡਾ ਰਾਈਮਿੰਗ ਕਪਲੇਟ ਹੈ, ਦੇਖ ਸਕਦੇ ਹਾਂ ਕਿਉਂਕਿ ਲਾਈਨਸ ਦੇ ਐਂਡ ਦੇ ਵਿੱਚ ਸੈਡ ਲੱਗਿਆ ਜੀ, ਹੈਡ ਲੱਗਿਆ, ਦੋਨਾਂ ਦੀ ਜਿਹੜੀ ਰਾਈਮਿੰਗ ਸਾਊਂਡ ਹੈ ਉਹ ਆਲਮੋਸਟ ਸੇਮ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਚੌਥਾ ਰਾਈਮਿੰਗ ਕਪਲੇਟ ਹੋ ਗਿਆ। ਅਸੀਂ ਪਹਿਲਾਂ ਦੇਖਿਆ ਨਾ ਕਿ ਅਬੂ ਬੈਨ ਐਦਮ ਹੁਣ ਨੀਡਰ ਨੇ, ਬਿਕੋਜ਼ ਉਹ ਅੰਦਰੋਂ ਪੂਰੇ ਸ਼ਾਂਤ ਨੇ, ਤਾਂ ਉਹ ਫਿਰ ਉਸ ਫਰਿਸ਼ਤੇ ਨੂੰ ਕਹਿੰਦੇ ਨੇ ਜਿਹੜਾ ਕਿ ਉਹਨਾਂ ਦੇ ਰੂਮ 'ਚ ਹੈ। ਇੱਥੇ ਪ੍ਰੈਜ਼ੈਂਸ ਦਾ ਮਤਲਬ ਬੱਚਿਓ ਐਂਜਲ ਨੂੰ ਕਿਹਾ ਗਿਆ ਹੈ, ਜਿਹੜਾ ਫਰਿਸ਼ਤਾ ਹੈ ਉਸ ਨੂੰ ਪ੍ਰੈਜ਼ੈਂਸ ਕਿਹਾ ਗਿਆ। ਤੇ ਰੂਮ ਦੇ ਵਿੱਚ ਜਿਹੜਾ ਫਰਿਸ਼ਤਾ ਮੌਜੂਦ ਹੈ ਉਸ ਨੂੰ ਉਹ ਕਹਿੰਦੇ ਨੇ ਵਟ ਰਾਈਟਸ ਦੋ। ਜਦੋਂ ਬੱਚਿਓ ਤੁਸੀਂ ਇੱਥੇ ਦੇਖੋਗੇ ਕਿ ਵਟ ਰਾਈਟਸ ਦੋ, ਤਾਂ ਵਰਡਸ ਆਮ ਤੌਰ ਤੇ ਆਪਾਂ ਨਹੀਂ ਸੁਣਦੇ ਸਾਡੀ ਮਾਡਰਨ ਇੰਗਲਿਸ਼ ਦੇ ਵਿੱਚ, ਬਿਲਕੁਲ ਨਹੀਂ ਸੁਣਦੇ ਬੱਚਿਓ, ਕਿਉਂਕਿ ਇਹ ਸਾਡੇ ਆਰਕਾਇਕ ਵਰਡਸ ਹੈ। ਰਾਈਟੈਸਟ ਦੋ, ਦੋ ਦਾ ਮਤਲਬ ਹੁੰਦਾ ਬੱਚਿਓ ਯੂ, ਤੇ ਰਾਈਟੈਸਟ ਜਿਹੜੇ ਵਰਡਸ ਹੈ ਇਹ ਪੁਰਾਣੀ ਇੰਗਲਿਸ਼ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀਗੇ, ਖਾਸ ਤੌਰ ਤੇ ਪੋਇਟਰੀ 'ਚ, ਤਾਂ ਅਸੀਂ ਇਹਨਾਂ ਨੂੰ ਆਰਕਾਇਕ ਵਰਡਸ ਕਹਿੰਦੇ ਹਾਂ ਬੱਚਿਓ। ਆਰਕਾਇਕ ਵਰਡਸ ਦਾ ਮਤਲਬ ਓਲਡ ਫੈਸ਼ਨ ਇੰਗਲਿਸ਼ ਦੇ ਜਿਹੜੇ ਵਰਡਸ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ। ਵਟ ਰਾਈਟਸ ਦੋ ਦਾ ਮਤਲਬ ਹੈ ਕਿ ਵਟ ਆਰ ਯੂ ਰਾਈਟਿੰਗ। ਜੇ ਅਸੀਂ ਅੱਜ ਕੱਲ੍ਹ ਮਾਡਰਨ ਇੰਗਲਿਸ਼ ਦੇ ਵਿੱਚ ਪੁੱਛਣਾ ਹੋਵੇ ਤਾਂ ਅਸੀਂ ਕਹਾਂਗੇ ਕਿ ਵਟ ਆਰ ਯੂ ਰਾਈਟਿੰਗ। ਪੁਰਾਣੀ ਇੰਗਲਿਸ਼ ਦੇ ਵਿੱਚ ਇਹ ਪੁੱਛਿਆ ਜਾਂਦਾ ਸੀ ਵਟ ਰਾਈਟਸ ਦੋ। ਤਾਂ ਹੁਣ ਦੇਖੋ ਦਾ ਵਿਜ਼ਨ ਰੇਜ਼ਡ ਇਟਸ ਹੈਡ। ਵਿਜ਼ਨ ਇੱਥੇ ਫੇਰ ਐਂਜਲ ਨੂੰ ਕਿਹਾ ਗਿਆ ਹੈ ਕਿ ਉਸ ਐਂਜਲ ਨੇ ਆਪਣਾ ਸਿਰ ਉੱਪਰ ਚੱਕਿਆ ਅਤੇ ਕੁਝ ਕਿਹਾ। ਕੀ ਕਿਹਾ ਉਹ ਸਾਨੂੰ ਅੱਗੇ ਪਤਾ ਲੱਗੇਗਾ, ਲੇਕਿਨ ਇਹਨਾਂ ਲਾਈਨਾਂ ਦੇ ਵਿੱਚ ਬੱਚਿਓ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪੋਇਟ ਨੇ ਆਰਕਾਇਕ ਵਰਡਸ ਇਸਤੇਮਾਲ ਕੀਤੇ ਨੇ ਅਤੇ ਪੋਇਟ ਨੇ ਐਂਜਲ ਦੇ ਲਈ ਹੀ ਜਾਂ ਸ਼ੀ ਵਰਡ ਯੂਜ਼ ਨਹੀਂ ਕੀਤਾ। ਉਸਨੇ ਦੇਖੋ ਉੱਪਰ ਵਾਲੀ ਲਾਈਨ 'ਚ ਪ੍ਰੈਜ਼ੈਂਸ ਯੂਜ਼ ਕੀਤਾ ਹੈ ਐਂਜਲ ਦੇ ਲਈ, ਤੇ ਨੀਚੇ ਵਾਲੀ ਲਾਈਨ 'ਚ ਵਿਜ਼ਨ ਯੂਜ਼ ਕੀਤਾ ਹੈ। ਨੈਕਸਟ ਲਾਈਨਸ, and with a look made of all sweet accord answered the name of those who love the Lord। ਦੇਖੋ ਬੱਚਿਓ ਦੋਨਾਂ ਲਾਈਨਸ ਦੇ ਐਂਡ ਦੇ ਵਿੱਚ ਜਿਹੜੇ ਦੋ ਵਰਡਸ ਆਏ ਹੈ ਅਕੋਰਡ ਐਂਡ ਲਾਰਡ, ਤਾਂ ਅਕੋਰਡ ਤੇ ਲਾਰਡ ਦੋਨਾਂ ਦੀ ਸਾਊਂਡ ਬਿਲਕੁਲ ਸੇਮ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡਾ ਰਾਈਮਿੰਗ ਕਪਲੇਟ ਹੈ ਤੇ ਇਹ ਸਾਡਾ ਪੰਜਵਾਂ ਰਾਈਮਿੰਗ ਕਪਲੇਟ ਹੋਇਆ। ਤਾਂ ਜਦੋਂ ਉਸ ਫਰਿਸ਼ਤੇ ਨੇ ਆਪਣਾ ਸਿਰ ਚੱਕਿਆ ਅਤੇ ਉਸਨੇ ਬਹੁਤ ਹੀ ਪਿਆਰ ਦੇ ਨਾਲ, ਵਿਦ ਅ ਲੁੱਕ ਮੇਡ ਆਫ ਆਲ ਸਵੀਟ ਅਕੋਰਡ ਦਾ ਮਤਲਬ ਹੈ ਉਸਨੇ ਬਹੁਤ ਹੀ ਪਿਆਰ ਦੇ ਨਾਲ ਉੱਤਰ ਦਿੱਤਾ। ਆਨਸਰ ਦਾ ਮਤਲਬ ਉੱਤਰ ਦਿੱਤਾ। ਕੀ ਉੱਤਰ ਦਿੱਤਾ? ਦਾ ਨੇਮਸ ਆਫ ਦੋਜ਼ ਹੂ ਲਵ ਦਾ ਲਾਰਡ। ਮੈਂ ਉਹਨਾਂ ਇਨਸਾਨਾਂ ਦੇ ਨਾਮ ਲਿਖ ਰਿਹਾ ਹਾਂ। ਦਾ ਨੇਮਸ ਆਫ ਦੋਜ਼, ਦੋਜ਼ ਦਾ ਮਤਲਬ ਇੱਥੇ ਇਨਸਾਨਾਂ ਨੂੰ ਕਿਹਾ ਗਿਆ ਹੈ। ਉਹਨਾਂ ਇਨਸਾਨਾਂ ਦੇ ਨਾਮ ਲਿਖ ਰਿਹਾ ਹਾਂ ਜੋ ਪਰਮਾਤਮਾ ਨੂੰ ਪਿਆਰ ਕਰਦੇ ਨੇ। ਬੱਚਿਓ ਦੇਖੋ ਇੱਥੇ ਐਲ ਵੱਡਾ ਹੈ, ਐਲ ਕੈਪੀਟਲ ਹੈ, ਤੇ ਜਦੋਂ ਐਲ ਕੈਪੀਟਲ ਹੈ ਦੈਟ ਮੀਨਸ ਅਸੀਂ ਉਸ ਪਰਮਾਤਮਾ, ਉਸ ਵਾਹਿਗੁਰੂ, ਉਸ ਅੱਲਾ ਦੀ ਗੱਲ ਕਰ ਰਹੇ ਹਾਂ। ਇਹਦਾ ਮਤਲਬ ਜਿਹੜੀ ਉਹ ਬੁੱਕ ਆਫ ਗੋਲਡ ਦੇ ਵਿੱਚ ਜੋ ਲਿਖ ਰਿਹਾ ਹੈ ਉਹ ਕੀ ਲਿਖ ਰਿਹਾ ਹੈ? ਉਹਨਾਂ ਸਾਰੇ ਇਨਸਾਨਾਂ ਦਾ ਨਾਮ ਲਿਖ ਰਿਹਾ ਹੈ ਜੋ ਪਰਮਾਤਮਾ ਨੂੰ ਪਿਆਰ ਕਰਦੇ ਨੇ। ਤਾਂ ਸਟੂਡੈਂਟਸ ਇਸ ਲਾਈਨ ਦੇ ਵਿੱਚ ਸਾਨੂੰ ਫੇਰ ਐਲੀਟ੍ਰੇਸ਼ਨ ਦੇਖਣ ਨੂੰ ਮਿਲਦੀ ਹੈ। ਦੇਖੋ ਹੂ ਲਵ ਦਾ ਲਾਰਡ, ਲ ਦੀ ਆਵਾਜ਼ ਬਾਰ-ਬਾਰ ਆ ਰਹੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਐਲੀਟ੍ਰੇਸ਼ਨ ਯੂਜ਼ ਕੀਤੀ ਗਈ ਹੈ। ਨੈਕਸਟ ਲਾਈਨਸ, ਐਂਡ ਇਜ਼ ਮਾਈਨ ਵਨ ਸੈਡ ਅਬੂ, ਨੇ ਨੋਟ ਸੋ ਰਿਪਲਾਈਡ ਦੀ ਐਂਜਲ, ਅਬੂ ਸਪੋਕ ਮੋਰ ਲੋ। ਫਿਰ ਅਸੀਂ ਲਾਈਨਸ ਦੇ ਐਂਡ ਦੇ ਵਿੱਚ ਧਿਆਨ ਦਿੰਦੇ ਹਾਂ ਬੱਚਿਓ, ਸੋ ਐਂਡ ਲੋ ਆਲਮੋਸਟ ਸਾਊਂਡ ਸੇਮ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਰਾਈਮਿੰਗ ਹੋਈ ਵੀ ਹੈ। ਇਸ ਕਰਕੇ ਸਾਡਾ 6ਵਾਂ ਰਾਈਮਿੰਗ ਕਪਲੇਟ ਹੋ ਗਿਆ। ਹੁਣ ਅਬੂ ਕਹਿੰਦਾ ਹੈ ਕਿ ਕੀ ਮੇਰਾ ਨਾਮ ਉਸ ਲਿਸਟ ਵਿੱਚ ਮੌਜੂਦ ਹੈ?
ਐਂਡ ਇਜ਼ ਮਾਈਨ ਵਨ, ਦੇਖੋ ਕੁਐਸਚਨ ਮਾਰਕ ਪਾਇਆ ਹੋਇਆ, ਤਾਂ ਕੁਐਸਚਨ ਪੁੱਛ ਰਿਹਾ ਹੈ ਕਿ ਕੀ ਪਰਮਾਤਮਾ ਨੂੰ ਪਿਆਰ ਕਰਨ ਵਾਲਿਆਂ ਦੀ ਜਿਹੜੀ ਤੂੰ ਲਿਸਟ ਬਣਾ ਰਿਹਾ ਹੈ ਬੁੱਕ ਆਫ ਗੋਲਡ ਦੇ ਵਿੱਚ, ਉਸ ਬੁੱਕ ਦੇ ਵਿੱਚ ਮੇਰਾ ਨਾਮ ਹੈ? ਅਬੂ ਨੇ ਪੁੱਛਿਆ। ਨੇ ਨੋਟ ਸੋ ਰਿਪਲਾਈਡ ਦਾ ਐਂਜਲ, ਤਾਂ ਉਹ ਫਰਿਸ਼ਤਾ ਉੱਤਰ ਦਿੰਦਾ ਹੈ, ਨਹੀਂ ਅਜਿਹਾ ਨਹੀਂ ਹੈ, ਮਤਲਬ ਕਿ ਤੇਰਾ ਨਾਮ ਬੁੱਕ ਆਫ ਗੋਲਡ ਦੇ ਵਿੱਚ ਸ਼ਾਮਿਲ ਨਹੀਂ ਹੈ। ਅਬੂ ਸਪੋਕ ਮੋਰ ਲੋ, ਅਬੂ ਹੁਣ ਫੇਰ ਹੌਲੀ ਆਵਾਜ਼ ਵਿੱਚ ਬੋਲਦਾ ਹੈ। ਦੇਖੋ ਬੱਚਿਓ, ਇੱਥੇ ਇੱਕ ਤਰ੍ਹਾਂ ਦਾ ਥੋੜਾ ਟਵਿਸਟ ਆਉਂਦਾ ਹੈ ਪੋਇਮ ਦੇ ਵਿੱਚ। ਸਾਨੂੰ ਪਤਾ ਹੈ ਕਿ ਅਬੂ ਬਹੁਤ ਹੀ ਇਨਸਾਨਾਂ ਨੂੰ ਪਿਆਰ ਕਰਨ ਵਾਲਾ ਅਤੇ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲਾ ਇਨਸਾਨ ਹੈ। ਉਸ ਨੂੰ ਪੂਰਾ ਯਕੀਨ ਸੀ ਕਿ ਮੇਰਾ ਨਾਮ ਬੁੱਕ ਆਫ ਗੋਲਡ ਦੇ ਵਿੱਚ ਸ਼ਾਮਿਲ ਹੋਏਗਾ, ਲੇਕਿਨ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰਾ ਨਾਮ ਤਾਂ ਬੁੱਕ ਆਫ ਗੋਲਡ ਦੇ ਵਿੱਚ ਹੈ ਹੀ ਨਹੀਂ, ਉਸ ਲਿਸਟ ਵਿੱਚ ਮੇਰਾ ਨਾਮ ਨਹੀਂ ਹੈ ਜਿਸ ਲਿਸਟ ਵਿੱਚ ਉਹਨਾਂ ਸਾਰੇ ਇਨਸਾਨਾਂ ਦਾ ਨਾਮ ਸ਼ਾਮਿਲ ਹੈ ਜੋ ਪਰਮਾਤਮਾ ਨੂੰ ਪਿਆਰ ਕਰਦੇ ਨੇ, ਤਾਂ ਬਜਾਏ ਗੁੱਸਾ ਹੋਣ ਦੇ ਉਹ ਲੋ ਆਵਾਜ਼ ਦੇ ਵਿੱਚ, ਦੇਖੋ ਮੋਰ ਲੋ ਦਾ ਮਤਲਬ ਹੈ ਕਿ ਹੋਰ ਨਿਮਰ ਬਣ ਕੇ, ਹੋਰ ਸੌਫਟ ਆਵਾਜ਼ ਦੇ ਵਿੱਚ ਉਹ ਕੁਝ ਪੁੱਛਦਾ ਹੈ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਅਬੂ ਬਿਨ ਐਦਮ ਕਿੰਨਾ ਸ਼ਾਂਤ ਚਿੱਤ ਇਨਸਾਨ ਹੈ। ਤਾਂ ਸਟੂਡੈਂਟਸ, ਇਹਨਾਂ ਲਾਈਨਸ ਦੇ ਵਿੱਚ ਐਲੀਟੇਸ਼ਨ ਫੇਰ ਯੂਜ਼ ਹੋਈ ਹੈ। ਦੇਖੋ ਐਂਡ ਇਜ਼ ਮਾਈਨ ਵਨ, ਨ ਦੀ ਆਵਾਜ਼ ਦੇਖੋ ਕਈ ਵਾਰੀ ਆਈ ਹੈ, ਐਂਡ ਚਾਹੀਏ, ਮਾਈਨ ਚਾਹੀਏ, ਵਨ ਚਾਹੀਏ। ਇਸੇ ਤਰ੍ਹਾਂ ਨੇ ਨੋਟ ਸੋ ਹੈ ਨਾ, ਤਾਂ ਨੇ ਨ ਦੀ ਆਵਾਜ਼ ਬਾਰ-ਬਾਰ ਇਸ ਪੂਰੀ ਲਾਈਨ ਦੇ ਵਿੱਚ ਨ ਦੀ ਆਵਾਜ਼, ਐਨ ਦੀ ਆਵਾਜ਼ ਆ ਰਹੀ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਇਸ ਲਾਈਨ ਦੇ ਵਿੱਚ ਵੀ ਐਲੀਟੇਸ਼ਨ ਯੂਜ਼ ਹੋਈ ਵੀ ਹੈ। ਨੈਕਸਟ ਲਾਈਨਸ, ਬਟ ਚੀਅਰਫੁਲੀ ਸਟਿਲ ਐਂਡ ਸੈਡ ਆਈ ਪ੍ਰੇ ਦੀ ਦੈਨ ਰਾਈਟ ਮੀ ਐਜ਼ ਵਨ ਦੈਟ ਲਵਜ਼ ਹਿਜ਼ ਫੈਲੋ ਮੈਨ। ਤਾਂ ਫਿਰ ਬੱਚਿਓ ਦੇਖੀਏ, ਦੈਨ ਮੈਨ ਸਾਊਂਡ ਸੇਮ ਹੈ ਜੀ, ਤਾਂ ਸਾਡਾ 7ਵਾਂ ਰਾਈਮਿੰਗ ਕੰਪਲੀਟ ਹੋ ਗਿਆ। ਤਾਂ ਹੁਣ ਅਬੂ ਬਹੁਤ ਹੀ ਹੌਲੀ ਆਵਾਜ਼ ਦੇ ਵਿੱਚ ਪਰੰਤੂ ਖੁਸ਼ ਹੋ ਕੇ, ਚੀਅਰਫੁਲੀ ਹੌਲੀ ਆਵਾਜ਼ ਦੇ ਵਿੱਚ ਖੁਸ਼ ਹੋ ਕੇ ਉਹ ਕਹਿੰਦਾ ਹੈ ਆਈ ਪ੍ਰੇ ਦੀ ਦਾ ਮਤਲਬ ਇੱਥੇ ਬੱਚਿਓ ਫੇਰ ਯੂ ਨੂੰ ਕਿਹਾ ਜਾਂਦਾ ਹੈ। ਇਟਸ ਆਲਸੋ ਐਨ ਆਰਕਾਇਕ ਵਰਡ, ਪੁਰਾਣੀ ਇੰਗਲਿਸ਼ ਦੇ ਵਿੱਚ ਯੂਜ਼ ਹੁੰਦਾ ਹੈ। ਦੀ ਸ਼ਬਦ ਤੁਸੀਂ ਕਈ ਪੋਇਮਸ ਦੇ ਵਿੱਚ ਦੇਖਿਆ ਹੋਏਗਾ, ਪਹਿਲਾਂ ਵੀ ਕਈ ਵਾਰੀ ਆਇਆ ਹੈ। ਤਾਂ ਉਹ ਕਹਿੰਦਾ ਫਿਰ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਰਾਈਟ ਮੀ ਐਜ਼ ਵਨ ਦੈਟ ਲਵਜ਼ ਹਿਜ਼ ਫੈਲੋ ਮੈਨ, ਕਿ ਮੇਰੇ ਨਾਮ ਦੇ ਅੱਗੇ ਤੁਸੀਂ ਇਹ ਲਿਖੋ ਕਿ ਇਹ ਇਨਸਾਨ ਆਪਣੇ ਫੈਲੋ ਮੈਨ, ਫੈਲੋ ਮਤਲਬ ਕਿ ਨਾਲ ਦੇ ਇਨਸਾਨਾਂ ਨੂੰ ਪਿਆਰ ਕਰਦਾ ਹੈ, ਮਤਲਬ ਇਸ ਦੁਨੀਆ ਦੇ ਜਿਹੜੇ ਬਾਕੀ ਇਨਸਾਨ ਹੈ ਉਹਨਾਂ ਨੂੰ ਪਿਆਰ ਕਰਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ। ਮੈਂ ਤੁਹਾਡੇ ਅੱਗੇ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੇਰੇ ਨਾਮ ਦੇ ਅੱਗੇ ਆਹ ਚੀਜ਼ ਲਿਖ ਦਿਓ ਕਿ ਮੈਂ ਆਪਣੇ ਨਾਲ ਦੇ ਇਨਸਾਨਾਂ ਨੂੰ ਪਿਆਰ ਕਰਦਾ, ਉਹਨਾਂ ਦੀ ਸੇਵਾ ਕਰਦਾ। ਨੈਕਸਟ ਲਾਈਨਸ, ਦ ਐਂਜਲ ਰੋਟ ਐਂਡ ਵੈਨਿਸ਼ਡ ਦ ਨੈਕਸਟ ਨਾਈਟ ਇਟ ਕੇਮ ਅਗੇਨ ਵਿਦ ਅ ਗ੍ਰੇਟ ਵੇਕਨਿੰਗ ਲਾਈਟ। ਤਾਂ ਬੱਚਿਓ ਦੇਖੋ, ਇਹਨਾਂ ਲਾਈਨਸ ਦੇ ਐਂਡ ਦੇ ਵਿੱਚ ਨਾਈਟ ਆ ਰਹੀ ਹੈ, ਲਾਈਟ ਆ ਰਹੀ ਹੈ, ਸੇਮ ਸਾਊਂਡ ਹੈ ਜੀ, ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ 8ਵਾਂ ਰਾਈਮਿੰਗ ਕਪਲੇਟ ਹੈ। ਐਂਜਲ ਉਸ ਦੀ ਗੱਲ ਮੰਨ ਲੈਂਦਾ ਹੈ, ਫਰਿਸ਼ਤਾ ਅਬੂ ਬਿਨ ਐਦਮ ਦੀ ਗੱਲ ਮੰਨ ਲੈਂਦਾ ਹੈ ਤੇ ਉਹ ਲਿਖ ਲੈਂਦਾ ਹੈ ਉਸ ਦਾ ਨਾਮ ਅਤੇ ਉਸ ਦੇ ਨਾਮ ਦੇ ਅੱਗੇ ਇਹ ਪਾ ਲੈਂਦਾ ਹੈ ਕਿ ਅਬੂ ਬਿਨ ਐਦਮ ਬਾਕੀ ਇਨਸਾਨਾਂ ਨਾਲ ਪਿਆਰ ਕਰਦਾ ਹੈ ਅਤੇ ਉਹ ਅਲੋਪ ਹੋ ਜਾਂਦਾ ਹੈ। ਵੈਨਿਸ਼ ਦਾ ਮਤਲਬ ਅਲੋਪ ਹੋ ਜਾਣਾ। ਅਗਲੀ ਰਾਤ ਨੂੰ, ਦਾ ਨੈਕਸਟ ਨਾਈਟ ਇਟ ਕੇਮ ਅਗੇਨ, ਉਹ ਦੁਬਾਰਾ ਵਾਪਸ ਆਉਂਦਾ ਹੈ। ਤਾਂ ਦੇਖੋ ਇੱਥੇ ਬੱਚਿਓ ਫਿਰ ਇਟ ਯੂਜ਼ ਕੀਤਾ ਗਿਆ ਹੈ ਐਂਜਲ ਦੇ ਲਈ, ਇੱਥੇ ਫਿਰ ਹੀ ਔਰ ਸ਼ੀ ਕਵੀ ਨੇ ਯੂਜ਼ ਨਹੀਂ ਕੀਤਾ। ਉਸਨੇ ਹਮੇਸ਼ਾ ਐਂਜਲ ਲਿਖਿਆ ਹੈ ਜਾਂ ਇਟ ਲਿਖਿਆ ਹੈ ਜਾਂ ਪ੍ਰੈਜ਼ੈਂਸ ਲਿਖਿਆ ਹੈ ਜਾਂ ਉਸਨੇ ਵਿਜ਼ਨ ਲਿਖਿਆ। ਤਾਂ ਉਹ ਫਿਰ ਆਂਦਾ ਜੀ ਬਹੁਤ ਹੀ ਵੇਕਨਿੰਗ ਲਾਈਟ ਦੇ ਨਾਲ, ਇੰਨੀ ਜ਼ਿਆਦਾ ਰੋਸ਼ਨੀ ਹੁੰਦੀ ਹੈ ਕਿ ਅਬੂ ਬਿਨ ਐਦਮ ਫਿਰ ਜਾਗ ਜਾਂਦੇ ਨੇ, ਸੁੱਤੇ ਪਏ ਹੁੰਦੇ ਨੇ, ਤਾਂ ਬਹੁਤ ਜ਼ਿਆਦਾ ਰੋਸ਼ਨੀ ਦੇ ਨਾਲ ਉਹ ਐਂਜਲ ਵਾਪਸ ਆਉਂਦੇ ਨੇ ਜੀ ਅਗਲੀ ਰਾਤ। ਇੱਥੇ ਵੀ ਬੱਚਿਓ ਤੁਸੀਂ ਦੇਖੋ ਤਾਂ ਇਹਨਾਂ ਲਾਈਨਸ ਦੇ ਵਿੱਚ ਵੀ ਐਲੀਟੇਸ਼ਨ ਯੂਜ਼ ਹੋਈ ਹੈ, ਜਿਵੇਂ ਰੋਟ, ਵੈਨਿਸ਼ਡ, ਨੈਕਸਟ ਨਾਈਟ, ਤਾਂ ਟੀ ਦੀ ਜਿਹੜੀ ਸਾਊਂਡ ਹੈ ਉਹ ਹਰ ਜਗ੍ਹਾ ਯੂਜ਼ ਹੋਈ ਹੈ ਇਸ ਲਾਈਨ ਦੇ ਵਿੱਚ। ਅਸੀਂ ਕਹਿ ਸਕਦੇ ਹਾਂ ਕਿ ਇੱਥੇ ਵੀ ਸਾਡੀ ਐਲੀਟਰੇਸ਼ਨ ਯੂਜ਼ ਹੋਈ ਹੈ। ਲਾਸਟ ਲਾਈਨਸ, ਐਂਡ ਸ਼ੋਡ ਦਾ ਨੇਮਸ ਵੈਨ ਲਵ ਆਫ ਗੋਡ ਹੈਡ ਬਲੈਸਡ ਐਂਡ ਲੋ ਬੈਨ ਐਦਮਸ ਨੇਮ ਲੈਡ ਆਲ ਦਾ ਰੈਸਟ। ਤਾਂ ਫਿਰ ਦੇਖੋ ਬੱਚਿਓ, ਬਲੈਸਡ, ਰੈਸਟ ਤਾਂ ਸੇਮ ਸਾਊਂਡ ਹੈ ਜੀ। ਹੁਣ ਕਈ ਬੱਚੇ ਕਹਿਣਗੇ ਕਿ ਇਹ ਤਾਂ ਡ ਦੀ ਆਵਾਜ਼ ਹੈ, ਤਾਂ ਬੱਚਿਓ ਡ ਦੀ ਆਵਾਜ਼ ਨਹੀਂ ਹੈ, ਇਹ ਟ ਦੀ ਆਵਾਜ਼ ਹੈ। ਬਲੈਸਡ ਕਹਾਂਗੇ ਆਪਾਂ, ਬਲੈਸਡ ਨਹੀਂ ਕਹਾਂਗੇ। ਤਾਂ ਇਹ ਬਲੈਸਡ ਤੇ ਰੈਸਟ ਦੀ ਸਾਊਂਡ ਸੇਮ ਹੈ, ਇਸ ਕਰਕੇ ਇਹ ਸਾਡਾ 9th ਰਾਈਮਿੰਗ ਕਪਲੇਟ ਹੈ। ਅਤੇ ਫਿਰ ਉਸਨੇ ਕੀ ਦਿਖਾਇਆ, ਉਸ ਐਂਜਲ ਨੇ ਨੇਮਸ ਸ਼ੋਅ ਕੀਤੇ ਅਬੂ ਬਿਨ ਐਦਮ ਨੂੰ, ਉਹ ਨਾਮ ਸ਼ੋਅ ਕੀਤੇ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋਈ ਹੈ। whom love of God had blessed, ਜਿਨ੍ਹਾਂ ਨਾਵਾਂ ਦੇ ਉੱਪਰ ਪਰਮਾਤਮਾ ਦੇ ਪਿਆਰ ਦੀ ਕਿਰਪਾ ਹੋਈ ਹੈ, ਉਹਨਾਂ ਨਾਵਾਂ ਦੀ ਲਿਸਟ ਐਂਜਲ ਨੇ ਸ਼ੋਅ ਕੀਤੀ। ਐਂਡ ਲੋ, ਅਤੇ ਵੇਖੋ, ਬੈਨ ਐਦਮਸ ਨੇਮ ਲੈਡ ਆਲ ਦਾ ਰੈਸਟ, ਉਸ ਲਿਸਟ ਵਿੱਚ ਅਬੂ ਬਿਨ ਐਦਮ ਦਾ ਨਾਮ ਬਾਕੀ ਸਾਰਿਆਂ ਨਾਵਾਂ ਤੋਂ ਉੱਪਰ ਸੀ। ਸਭ ਤੋਂ ਉੱਪਰ ਨਾਮ ਕਿਸ ਦਾ ਲਿਖਿਆ ਹੋਇਆ ਸੀ ਜੀ, ਅਬੂ ਬਿਨ ਐਦਮ ਦਾ ਨਾਮ। ਤੇ ਉਹ ਲਿਸਟ ਕਿਹੜੀ ਸੀ ਜੀ, ਉਹ ਲਿਸਟ ਉਹ ਸੀ ਜਿਨ੍ਹਾਂ ਨੂੰ ਪਰਮਾਤਮਾ ਪਿਆਰ ਕਰਦਾ ਹੈ। ਇੱਥੇ ਬੱਚਿਓ ਦੇਖਣ ਵਾਲੀ ਗੱਲ ਇਹ ਹੈ ਕਿ ਇੱਥੇ ਲੋ ਦੇ ਨਾਲ ਸਾਈਨ ਆਫ ਐਕਸਕਲੇਮੇਸ਼ਨ ਆਇਆ। ਇਹ ਜਿਹੜਾ ਵਰਡ ਹੈ ਇਹ ਵੀ ਤੁਸੀਂ ਆਮ ਮਾਡਰਨ ਇੰਗਲਿਸ਼ ਦੇ ਵਿੱਚ ਨਹੀਂ ਦੇਖੋਗੇ, ਇਹ ਆਰਕਾਇਕ ਵਰਡ ਹੈ। ਇਸ ਦਾ ਮਤਲਬ ਹੁੰਦਾ ਹੈ ਵੇਖੋ,
ਤੇ ਇਹ ਸਾਈਨ ਆਫ ਐਕਸਕਲੇਮੇਸ਼ਨ ਦੇ ਨਾਲ ਯੂਜ਼ ਹੁੰਦਾ ਹੈ ਤੇ ਜਦੋਂ ਆਪਾਂ ਬਹੁਤ ਹੈਰਾਨ ਹੁੰਨੇ ਆ ਤਾਂ ਫਿਰ ਇਹ ਜਿਹੜੇ ਐਂਡ ਲੋ ਵਾਲੇ ਫਰੇਜ਼ ਹੈ ਇਹ ਤੁਹਾਨੂੰ ਆਮ ਪੋਇਮਸ ਦੇ ਵਿੱਚ ਯੂਜ਼ ਕੀਤੇ ਹੋਏ ਦਿਖ ਜਾਣਗੇ। ਤਾਂ ਸਟੂਡੈਂਟ ਜਿਵੇਂ ਕਿ ਮੈਂ ਤੁਹਾਨੂੰ ਪੋਇਮ ਦੇ ਸ਼ੁਰੂ 'ਚ ਕਿਹਾ ਸੀ ਕਿ ਇਹ ਪੋਇਮ 2 ਪਾਰਟਸ ਦੇ ਵਿੱਚ ਲਿਖੀ ਗਈ ਹੈ। ਇੱਕ ਪਾਰਟ ਦੇ ਵਿੱਚ ਉਸ ਲਿਸਟ ਦਾ ਜ਼ਿਕਰ ਹੁੰਦਾ ਹੈ ਜਿਸ ਲਿਸਟ ਦੇ ਵਿੱਚ ਐਂਜਲ ਉਹਨਾਂ ਇਨਸਾਨਾਂ ਦਾ ਨਾਮ ਐਂਟਰ ਕਰ ਰਿਹਾ ਜੋ ਪਰਮਾਤਮਾ ਨੂੰ ਪਿਆਰ ਕਰਦੇ ਨੇ, ਲੇਕਿਨ ਦੂਸਰੇ ਪਾਰਟ ਦੇ ਵਿੱਚ ਜੋ ਕਿ ਲਾਸਟ ਵਾਲੀਆਂ 4 ਲਾਈਨਸ ਨੇ ਉਸ ਦੇ ਵਿੱਚ ਐਂਜਲ ਉਹ ਲਿਸਟ ਅਬੂ ਬਨ ਆਦਮ ਨੂੰ ਸ਼ੋ ਕਰਦਾ ਹੈ ਜਿਸ ਦੇ ਵਿੱਚ ਪਰਮਾਤਮਾ ਜਿਨ੍ਹਾਂ ਇਨਸਾਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਦੀ ਲਿਸਟ ਹੁੰਦੀ ਹੈ। ਪਹਿਲੀ ਲਿਸਟ ਦੇ ਵਿੱਚ ਅਬੂ ਬਨ ਆਦਮ ਦਾ ਨਾਮ ਨਹੀਂ ਹੈ। ਉਹ ਪਹਿਲੀ ਲਿਸਟ ਕਿਹੜੀ ਹੈ? ਉਹ ਇਨਸਾਨ ਜੋ ਪਰਮਾਤਮਾ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਵਿੱਚ ਅਬੂ ਬਨ ਆਦਮ ਦਾ ਨਾਮ ਨਹੀਂ ਹੈ। ਲੇਕਿਨ ਦੂਸਰੀ ਲਿਸਟ ਜਿਸ ਵਿੱਚ ਪਰਮਾਤਮਾ ਇਨਸਾਨਾਂ ਨੂੰ ਪਿਆਰ ਕਰਦਾ ਹੈ ਉਸ ਦੇ ਵਿੱਚ ਅਬੂ ਬਨ ਆਦਮ ਦਾ ਨਾਮ ਸਭ ਤੋਂ ਉੱਪਰ ਹੈ। ਤਾਂ ਕੀ ਮਤਲਬ ਹੋਇਆ? ਤਾਂ ਬੱਚਿਓ ਇਸ ਦਾ ਮਤਲਬ ਇਹ ਹੋਇਆ ਕਿ ਲਵ ਆਫ ਹਿਊਮਨ ਕਾਈਂਡ ਇਜ਼ ਲਵ ਆਫ ਗੋਡ। ਇਹ ਇਸ ਪੋਇਮ ਦਾ ਬੱਚਿਓ ਥੀਮ ਹੈ, ਇਸੇ ਪੋਇਮ ਦਾ ਸਾਰ ਹੈ। ਇਹਦਾ ਮਤਲਬ ਇਹ ਹੈ ਪਰਮਾਤਮਾ ਦੇ ਬਣਾਏ ਹੋਏ ਇਨਸਾਨਾਂ ਨੂੰ ਪਿਆਰ ਕਰਨਾ ਹੀ ਪਰਮਾਤਮਾ ਨੂੰ ਪਿਆਰ ਕਰਨਾ ਹੈ। ਤਾਂ ਜਿਹੜਾ ਇਨਸਾਨ ਪਰਮਾਤਮਾ ਦੇ ਬਣਾਏ ਹੋਏ ਇਨਸਾਨਾਂ ਨੂੰ ਪਿਆਰ ਕਰਦਾ ਹੈ ਪਰਮਾਤਮਾ ਉਹਨਾਂ ਨੂੰ ਪਿਆਰ ਕਰਦਾ ਹੈ। ਅਸੀਂ ਲੋਕ ਦਿਖਾਵੇ ਲਈ ਜਿੰਨਾ ਮਰਜ਼ੀ ਪਰਮਾਤਮਾ ਦੇ ਭਜਨ ਗਾਈ ਜਾਈਏ, ਮੰਦਿਰਾਂ 'ਚ ਜਾਈਏ, ਗੁਰਦੁਆਰਿਆਂ 'ਚ ਜਾਈਏ, ਲੇਕਿਨ ਸਾਡੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਬਣਾਏ ਹੋਏ ਇਨਸਾਨਾਂ ਪ੍ਰਤੀ ਕੋਈ ਪਿਆਰ ਨਹੀਂ ਹੈ। ਉਹਨਾਂ ਨਾਲ ਅਸੀਂ ਠੱਗੀਆਂ ਠੋਰੀਆਂ ਕਰਦੇ ਹਾਂ, ਉਹਨਾਂ ਦੀ ਅਸੀਂ ਸੇਵਾ ਵੱਲ ਕੋਈ ਧਿਆਨ ਨਹੀਂ ਦਿੰਦੇ। ਤਾਂ ਪਰਮਾਤਮਾ ਵੀ ਅਜਿਹੇ ਬੰਦਿਆਂ ਨੂੰ ਪਿਆਰ ਨਹੀਂ ਕਰਦਾ। ਪਰਮਾਤਮਾ ਉਹਨਾਂ ਬੰਦਿਆਂ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਬਣਾਏ ਹੋਏ ਇਨਸਾਨਾਂ ਦੇ ਨਾਲ ਜੁੜ ਕੇ ਰਹਿੰਦੇ ਨੇ, ਮਿਲ ਜੁਲ ਕੇ ਰਹਿੰਦੇ ਨੇ ਅਤੇ ਉਹਨਾਂ ਦੀ ਸੇਵਾ ਕਰਦੇ ਨੇ। ਤਾਂ ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਪੂਰੀ ਪੋਇਮ ਦੀ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਪੈਰਾਫਰੇਜ਼ ਕਲੀਅਰ ਹੋ ਗਿਆ ਹੋਵੇਗਾ। ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਵਾਲੀ ਪੋਇਮ ਦ ਸਨੇਕ ਜੋ ਕਿ ਐਮਿਲੀ ਡਿਕਨਸਨ ਨੇ ਲਿਖੀ ਹੈ ਉਸ ਦੇ ਵੀਡੀਓ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਅਸੀਂ ਇਸ ਪੋਇਮ ਦਾ ਸੈਂਟਰਲ ਆਈਡੀਆ ਅਤੇ ਕੰਟੈਕਸਟ ਵਿਦ ਐਕਸਪਲੇਨੇਸ਼ਨ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ। ਧੰਨਵਾਦ।